ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਉਮੀਦ ਕਰਦਾ ਠੀਕ ਠਾਕ ਹੋਵੋਗੇ, ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਪਿਛਲੇ ਕਾਫੀ ਟਾਈਮ ਤੋਂ ਲਗਭਗ 2 ਜਾਂ 3 ਮਹੀਨਿਆਂ ਤੋਂ ਜਦੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨਵੇਂ ਆਏ ਆ, ਤਾਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ ਜਾਂ ਕੈਨੇਡਾ ਦੇ ਵਿੱਚ ਬੈਠੇ ਪ੍ਰਵਾਸੀ ਭਾਰਤੀ ਆ, ਠੀਕ ਹੈ, ਉਹ ਵੇਟ ਕਰਦੇ ਸੀਗੇ ਕਿ ਕਦੋਂ ਇਮੀਗ੍ਰੇਸ਼ਨ ਪਲਾਨ ਆਊਗਾ, ਜਿਹਦਾ ਰੌਲਾ ਕਾਫੀ ਪੈ ਰਿਹਾ ਸੀ ਕਿ 14 ਫਰਵਰੀ ਨੂੰ ਇਮੀਗ੍ਰੇਸ਼ਨ ਪਲਾਨ ਆ ਜਾਣਾ ਜੀ, ਪੀਆਰਾਂ ਹੋ ਜਾਣੀਆਂ। ਸੋ ਕੀ ਉਹਦੇ ਵਿੱਚ ਹੋਊਗਾ, ਇੱਕ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ ਸੀਗਾ। ਬਟ ਫਾਈਨਲੀ ਉਹ ਜਿਹੜਾ ਇਮੀਗ੍ਰੇਸ਼ਨ ਪਲਾਨ ਆ ਅੱਜ ਸਾਹਮਣੇ ਲਿਆਂਦਾ ਗਿਆ। ਬ੍ਰੇਕਿੰਗ ਨਿਊਜ਼ ਆ ਕਿ ਇਮੀਗ੍ਰੇਸ਼ਨ ਪਲਾਨ ਦੱਸ ਦਿੱਤਾ ਗਿਆ। ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਨਾਲ ਦੀ ਨਾਲ ਕਿੰਨੇ ਲੱਖ ਲੋਕ ਪੱਕੇ ਕਰਨੇ ਆ 2024 ਤੱਕ, ਉਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਦੀ ਨਾਲ ਗੱਲ ਕਰਾਂਗੇ ਕਿ TR to PR ਕੀ ਦੂਰੀਆਰ ਫੇਰ ਆਊਗਾ ਜਾਂ ਨਹੀਂ ਆਊਗਾ। ਸੋ ਨਾਲ ਦੀ ਨਾਲ ਆਪਾਂ ਜਿਹੜੇ ਇਹ ਪ੍ਰੋਗਰਾਮ ਆ ਉਹਨਾਂ ਦੇ ਵੱਖ-ਵੱਖ ਅੱਗੇ ਬ੍ਰਾਂਚਿਸ ਹੁੰਦੀਆਂ, ਸੋ ਉਹਨਾਂ ਦੇ ਵਿੱਚ ਕਿੰਨੇ ਬੰਦੇ ਪੱਕੇ ਕਰਨੇ ਆ, ਸੋ ਕੀ ਪਲਾਨ ਆ, ਉਹਦੇ ਬਾਰੇ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ। ਤੇ ਚੌਥਾ ਮੁੱਦਾ ਇਸ ਵੀਡੀਓ ਦਾ ਹੈਗਾ, ਉਹ ਹੈਗਾ ਸਪਾਊਸਲ ਓਪਨ ਵਰਕ ਪਰਮਿਟ ਦੇ ਰਿਜ਼ਲਟ ਤੇ ਉਹਨਾਂ ਦੇ ਲਈ ਕੀ ਖਾਸ ਆ ਇਸ ਇਮੀਗ੍ਰੇਸ਼ਨ ਪਲਾਨ ਦੇ ਵਿੱਚ, ਸੋ ਉਹਦੇ ਬਾਰੇ ਗੱਲਬਾਤ ਕਰਨੀ ਆ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਡਿਸਕਸ ਕਰਨ ਦੇ ਲਈ ਸਾਡੇ ਨਾਲ ਮੌਜੂਦ ਆ RCIC ਅਮਨਦੀਪ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਜੀ ਅੱਜ ਤਾਂ ਫਿਰ ਕਹਿੰਦੇ ਵੀ ਚੱਕਦਾ ਕੰਮ, ਕਹਿੰਦੇ ਵੀ ਇਮੀਗ੍ਰੇਸ਼ਨ ਪਲਾਨ ਆ ਜਿਹੜਾ ਉਹ ਲਾਂਚ ਕਰਤਾ। ਬ੍ਰੇਕਿੰਗ ਨਿਊਜ਼ ਆ, ਅਪਡੇਟ ਆ ਗਿਆ ਸਾਰੇ ਪਾਸੇ। ਪੀਆਰਾਂ ਖਿੱਚ ਲਓ ਤਿਆਰੀ, ਠੀਕ ਹੈ। ਵਿਜ਼ਟਰ ਵੀਜ਼ੇ ਆਉਣਗੇ, ਸਪਾਊਸ ਵੀਜ਼ੇ ਆਉਣਗੇ, ਪੀਆਰਾਂ ਆਉਣਗੀਆਂ। ਸੋ ਉਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਓ ਕਿ ਇਮੀਗ੍ਰੇਸ਼ਨ ਪਲਾਨ ਜਿਹੜਾ ਸਿਸਟਮ ਹੈ ਕੀ ਆ ਜੀ। ਸੋ ਬੇਸਿਕਲੀ ਬਾਈ ਜੀ, ਇਮੀਗ੍ਰੇਸ਼ਨ ਪਲਾਨ, ਪਹਿਲੀ ਗੱਲ ਤਾਂ ਆਪਾਂ ਇਹਨੂੰ ਕਾਫੀ ਕਹਿ ਲਓ ਵੀ ਇੱਥੇ ਡਿਫਰੈਂਸ਼ੀਏਟ ਕਰ ਲੈਂਦੇ ਹਾਂ ਵੀ ਇਮੀਗ੍ਰੇਸ਼ਨ ਪਲਾਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਪਰਮਾਨੈਂਟ ਇਮੀਗ੍ਰੇਸ਼ਨ ਪਲਾਨ ਆ। PRs ਵਾਸਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸੋ ਇਹ ਹਰੇਕ 3 ਸਾਲਾਂ ਦਾ ਇੱਕ ਪਲਾਨ ਬਣਾਉਂਦੇ ਹੁੰਦੇ ਆ ਕਿ ਇਸ ਸਾਲ ਅਸੀਂ ਕੀ ਕਰਨਾ, ਅਗਲੇ ਸਾਲ ਕੀ ਕਰਨਾ, ਉਹ ਤੋਂ ਅਗਲੇ ਸਾਲ ਕੀ ਕਰਨਾ, ਕਿੰਨੇ ਬੰਦੇ ਅਸੀਂ ਪੱਕੇ ਕਰਨੇ ਆ। ਸੋ ਬੇਸਿਕਲੀ ਇਹਦੇ 'ਚ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਜਾਂ ਵਰਕ ਪਰਮਿਟਸ ਵਾਲੇ ਨੇ, ਉਹਨਾਂ ਵਾਸਤੇ ਕਾਫੀ ਕੁਛ ਮਤਲਬ ਬਾਹਲਾ ਹੁੰਦਾ ਨਹੀਂ। ਹਾਂ, ਇਨਡਾਇਰੈਕਟਲੀ ਇਫੈਕਟ ਕਰਦਾ, ਉਹ ਆਪਾਂ ਗੱਲ ਕਰਾਂਗੇ ਅੱਗੇ। ਬਟ ਡਾਇਰੈਕਟਲੀ ਮਤਲਬ ਇਹ ਪ੍ਰੋਜੈਕਸ਼ਨਸ ਹੁੰਦੀਆਂ ਨੇ ਜੋ ਮਿਨਿਸਟਰ ਦਿੰਦਾ। ਇਹਦੇ 'ਚ ਇੱਕ ਇਹ ਨੰਬਰ ਦਿੰਦੇ ਆ ਕਿ ਆਹ ਸਾਡਾ ਅੰਕੜਾ, ਇਹਨੂੰ ਅਸੀਂ ਪੂਰਾ ਕਰਨਾ। ਨਾਲ ਹੀ ਇੱਕ ਇਹ ਲੋਐਸਟ ਨੰਬਰ ਦੇ ਦਿੰਦੇ ਆ ਵੀ ਜੇ ਕੁਛ ਵੀ ਨਾ ਹੋਇਆ ਤਾਂ ਇੰਨੇ ਕੁ ਤੱਕ ਕਰਾਂਗੇ ਹੀ ਔਖੇ ਸੌਖੇ। ਫਿਰ ਇੱਕ ਹਾਈਐਸਟ ਵੀ ਦੇ ਦਿੰਦੇ ਆ ਵੀ ਜੇ ਸਾਰਾ ਕੁਝ ਸਹੀ ਰਿਹਾ ਤਾਂ ਇੱਥੇ ਤੱਕ ਵੀ ਜਾ ਸਕਦੇ ਆ। ਸੋ ਬੇਸਿਕਲੀ ਅੰਕੜੇ ਹੁੰਦੇ ਆ ਜੀ, ਤੇ ਉਹਨੂੰ ਫਿਰ ਇਹ ਬ੍ਰੇਕ ਡਾਊਨ ਕਰ ਦਿੰਦੇ ਆ ਵੀ ਉਹਦੇ ਚੋਂ ਇਕਨੋਮਿਕ ਪ੍ਰੋਗਰਾਮਸ 'ਚ ਕਿੰਨੇ ਆਉਣਗੇ, ਫੈਮਿਲੀ ਕਲਾਸ 'ਚ ਕਿੰਨੇ ਆਉਣਗੇ, ਰਿਫਿਊਜੀ ਅਸੀਂ ਕਿੰਨੇ ਬੁਲਾ ਸਕਦੇ ਆ ਇਸ ਸਾਲ ਦੇ ਵਿੱਚ। ਸੋ ਬੇਸਿਕਲੀ ਉਹ ਇਮੀਗ੍ਰੇਸ਼ਨ ਪਲਾਨ ਜਿਹੜਾ ਉਹ ਹੁੰਦਾ। ਸੋ ਅੱਜ ਇਹਨਾਂ ਨੇ ਅਗਲੇ 3 ਸਾਲਾਂ ਦਾ ਮਤਲਬ ਲਾ ਲਓ 22 ਦਾ ਵੀ, 23 ਦਾ ਤੇ 24 ਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਆ ਉਹ ਦਿੱਤਾ ਆਪਾਂ ਨੂੰ, ਤੇ ਆਪਾਂ ਉਹਨੂੰ ਡਿਸਕਸ ਫਿਰ ਡਿਟੇਲ 'ਚ ਕਰ ਲੈਂਦੇ ਆ। ਬਾਈ ਜੀ ਹੁਣ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਤੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗਾ ਤੇ 2022 ਦੇ ਵਿੱਚ ਇਹਨਾਂ ਨੇ 4,31,645 ਜਿਹੜੇ ਐਪਲੀਕੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਆ। ਬਹੁਤ ਵੱਡਾ ਆંકੜਾ, ਕਿਉਂਕਿ ਪਿਛਲੇ ਸਾਲ ਤਾਂ 4 ਲੱਖ ਕਹਿ ਕੇ ਵੀ ਛਾਲਾ ਮਾਰਨ ਲੱਗ ਗਏ, ਵੀ ਲਾਲਾ ਕਰਾਤੀ, PR ਕਰਤੇ। ਸੋ ਆਪਾਂ 2022 ਦੇ ਗੱਲ ਕਰ ਲਈਏ, ਨਾਲ ਦੀ ਨਾਲ 2023 ਦਾ ਪਲਾਨ ਵੀ ਦਿੱਤਾ ਹੋਇਆ ਵੀ ਇੰਨੇ ਬੰਦੇ ਅਸੀਂ ਪੱਕੇ ਕਰ ਦੇਣੇ ਆ, ਚੀਕਾਂ ਕਢਾ ਦੇਣੀਆਂ, ਠੀਕ ਹੈ ਜੀ। ਉਦੋਂ ਅਗਲਾ ਹੈਗਾ 2024 ਦਾ 4,51,000 ਜੀ। ਕਿਆ ਬਾਤਾਂ ਨੇ ਜੀ, ਕਿਆ ਬਾਤਾਂ ਨੇ। ਸੋ ਹੁਣ ਆਪਾਂ ਬ੍ਰੇਕ ਡਾਊਨ ਕਰਦੇ ਹਾਂ ਸਾਰੇ ਸਿਸਟਮ ਨੂੰ ਵੀ ਕਿਹੜੀਆਂ ਕੈਟੇਗਰੀਜ਼ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਊਗਾ। ਬਾਈ ਜੀ ਉਹ ਬਹੁਤ ਜ਼ਰੂਰੀ ਹੈ ਜਾਣਨਾ ਮੇਰੇ ਹਿਸਾਬ ਦੇ ਨਾਲ, ਤੇ ਆਪਾਂ ਉਹਦੇ ਤੇ ਗੱਲ ਕਰੀਏ ਤੇ ਵਧੀਆ ਗੱਲ ਰਹੂਗੀ। ਤੇ ਹੁਣ ਆਪਾਂ ਉਹਦੇ ਵੱਲ ਵੱਧਦੇ ਹਾਂ, ਪਲਾਨ ਵੱਲ, ਠੀਕ ਹੈ ਜੀ। ਜੀ ਸੋ ਬੇਸਿਕਲੀ ਕੀ ਆ ਜੀ, ਇਹ ਮਤਲਬ ਜਿਹੜਾ ਪਲਾਨ ਹੁੰਦਾ, ਪਹਿਲੀ ਗੱਲ ਤਾਂ ਇਹ ਕਾਈਂਡ ਆਫ ਅੱਗੇ ਫਿਰ ਇਹ ਐਵਰੇਜ ਹੁੰਦੀਆਂ ਨੇ। ਸੋ ਆਪਾਂ ਇਹਦੇ 'ਚੋਂ ਅੰਦਾਜ਼ੇ ਲਾ ਸਕਦੇ ਹਾਂ, ਡਾਟਾ ਇੰਟਰਪ੍ਰੀਟੇਸ਼ਨ ਜਿਹੜੀ ਹੁੰਦੀ ਆ ਆਪਾਂ ਉਹ ਕਰ ਸਕਦੇ ਹੁੰਦੇ ਹਾਂ ਵੀ ਆਉਣ ਵਾਲਾ ਭਵਿੱਖ ਹੈ ਜਿਹੜਾ 2022 ਆ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਕਿਹੋ ਜਿਹਾ ਰਹੂਗਾ ਜਾਂ ਉਹਦੇ 'ਚ ਕੀ ਹੋਊਗਾ। ਸੋ ਜਿਹੜੇ ਮੋਟੇ ਪ੍ਰੋਗਰਾਮ ਆ, ਮਤਲਬ ਜਿਹੜੇ ਵੀ ਜੀ ਇੱਥੇ ਆਪਦੇ ਸਕਿੱਲ ਦੇ ਬੇਸ ਤੇ ਕਿਸੇ ਵੀ ਪ੍ਰੋਗਰਾਮ ਦੇ ਅੰਡਰ ਪੱਕੇ ਹੁੰਦੇ ਆ, ਉਹਨਾਂ ਨੂੰ ਆਪਾਂ ਇਕਨੋਮਿਕ ਪ੍ਰੋਗਰਾਮ 'ਚ ਪਾ ਦਿੰਦੇ ਹਾਂ। ਸੋ ਇਕਨੋਮਿਕ ਪ੍ਰੋਗਰਾਮ ਦੇ ਵਿੱਚ ਹੀ CEC ਆ ਜਾਂਦਾ, FSW ਆ ਜਾਂਦਾ, ਜਿਹੜੇ ਬਿਜ਼ਨਸ ਵਾਲੇ ਐਂਟਰਪ੍ਰੈਨਿਓਰ ਪ੍ਰੋਗਰਾਮ ਨੇ ਉਹ ਆ ਜਾਂਦੇ ਨੇ। ਬਾਕੀ ਇਹਨਾਂ ਦੀਆਂ ਜਿਹੜੀਆਂ ਹੋਰ ਪਾਇਲਟਸ ਚੱਲਦੇ ਨੇ ਉਹ ਆ ਜਾਂਦੇ ਨੇ, ਤੇ ਨਾਲ ਹੀ ਇਹਦੇ 'ਚ PNPs ਜਿਹੜੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਚੱਲਦੇ ਆ ਉਹ ਆ ਜਾਂਦੇ ਆ। ਸੋ ਜੇ ਆਪਾਂ ਹੁਣ ਇਹਨੂੰ ਦੇਖੀਏ 2022 ਤੇ ਆਪਾਂ ਫੋਕਸ ਕਰੀਏ ਤਾਂ 4,31,645 ਦਾ ਜਿਹੜਾ ਟੋਟਲ ਹੈ
ਉਹਦੇ ਚੋਂ ਇਹ ਇਕਨੋਮਿਕ ਦੇ ਵਿੱਚ ਇਕੱਲੇ 'ਚ 2,41,850 ਬੰਦੇ ਲਿਆਉਣ ਨੂੰ ਕਹਿ ਰਹੇ ਆ। ਸੋ ਇਹਦੇ ਚੋਂ ਆਪਾਂ ਬਾਕੀ ਸਾਰਿਆਂ ਨੂੰ ਇੱਥੇ ਛੱਡ ਦਿੰਦੇ ਹਾਂ। ਆਪਾਂ ਪਹਿਲਾਂ ਚੱਲਦੇ ਹਾਂ ਫੈਡਰਲ ਹਾਈ ਸਕਿਲਡ ਤੇ ਵੀ ਇਹ ਜਿਹੜਾ ਅੰਕੜਾ 55,900 ਦਾ ਇਹ ਕਿੱਥੋਂ ਆ ਰਿਹਾ ਤੇ ਇਹਦੇ ਤੋਂ ਆਪਾਂ ਕੀ ਅੰਦਾਜ਼ਾ ਲਾ ਸਕਦੇ ਹਾਂ। ਸੋ ਫੈਡਰਲ ਹਾਈ ਸਕਿਲਡ ਦੀ ਜਦ ਆਪਾਂ ਗੱਲ ਕਰਦੇ ਹਾਂ ਜੀ, ਇਹਦੇ 'ਚ ਬੇਸਿਕਲੀ CC ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ, ਜਿਹਦੇ 'ਚ ਆਪਣੇ ਮੈਜੋਰਟੀ ਬੱਚੇ ਜਿਹੜੇ ਇੱਥੇ ਵਾਲੇ ਪੱਕੇ ਹੁੰਦੇ ਆ, ਤੇ ਨਾਲ FSW ਜਿਹੜਾ ਕਿ ਹੁਣ 2 ਸਾਲਾਂ ਤੋਂ ਲਗਭਗ ਬੰਦ ਪਿਆ, ਉਹ ਆ ਜਾਂਦਾ। ਤਾਂ ਇਹਦੇ 'ਚ ਜੇ ਆਪਾਂ 55,900 ਦੇ ਅੰਕੜੇ ਦੀ ਗੱਲ ਕਰੀਏ ਤਾਂ ਇਹ ਬਹੁਤ ਘੱਟ ਅੰਕੜਾ ਹੈ। ਹਿਸਟੋਰੀਕਲੀ ਜਿਵੇਂ ਫੈਡਰਲ ਹਾਈ ਸਕਿਲਡ ਦੇ ਅੰਕੜੇ ਹੁੰਦੇ ਆ, ਯੂਜਲੀ ਇਹ 1 ਸਵਾ ਲੱਖ ਦੇ ਵਿੱਚ ਹੁੰਦਾ, ਆਮ ਹੀ ਲਾ ਲਓ ਵੀ ਲੱਖ ਦੇ ਨੇੜੇ ਤੇੜੇ, 90,000 ਲੱਖ ਨਾ। ਸੋ ਜੇ 55,900 ਦਾ ਅੰਕੜਾ ਇਹ ਲੈ ਕੇ ਚੱਲ ਰਹੇ ਆ 2022 ਵਾਸਤੇ, ਤਾਂ ਇੱਕ ਗੱਲ ਮੈਂ ਬਹੁਤ ਯਕੀਨ ਨਾਲ ਸ਼ੋਰਟ ਕਹਿ ਸਕਦਾ ਵੀ FSW ਵਾਲਿਆਂ ਦਾ ਔਖਾ, ਜਿਹੜੇ ਬਾਹਰ ਬੈਠੇ ਕੈਨੇਡਾ ਤੋਂ ਵੇਟ ਕਰ ਰਹੇ ਨੇ ਕਿ ਕੈਨੇਡਾ ਖੁੱਲੂਗਾ, FSW ਖੁੱਲੂਗਾ। ਲੱਗਦਾ ਨਹੀਂ ਵੀ 2022 ਚ ਖੁੱਲੂਗਾ, ਹੋ ਸਕਦਾ ਬਾਏ ਦਾ ਐਂਡ ਇਹ ਕੁਛ ਕਰਨ, ਬਟ ਇਹ ਬੇਸਿਕਲੀ ਕੀ ਹੈ ਕਿ ਇਹਨੂੰ ਸਾਈਡ ਲਾਈਨ ਕਰਕੇ ਬਾਕੀ ਪ੍ਰੋਗਰਾਮਾਂ ਨੂੰ ਵੇਟੇਜ ਦੇ ਰਹੇ ਨੇ। ਸੋ ਇੱਥੇ 55 ਦਾ ਸਿੱਧਾ ਨੁਕਸਾਨ ਹੈ ਜੀ, ਜਿਹੜਾ ਉਹ FSW ਵਾਲਿਆਂ ਨੂੰ ਹੋ ਰਿਹਾ। ਨਾਲ ਹੀ ਜਿਹੜੇ CC ਦੀ ਵੇਟ ਕਰ ਰਹੇ ਸੀ, ਕਾਫੀ ਵੱਡਾ ਕੁਐਸਚਨ ਸੀ ਅੱਜ ਵਾਸਤੇ ਕਿ CC ਕਿਵੇਂ ਰੋਲ ਆਊਟ ਹੋਊਗਾ। ਸੋ ਇਹਦੇ ਤੋਂ ਆਪਾਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ CC ਬਹੁਤ ਸਲੋ ਰੋਲ ਆਊਟ ਹੋਊਗਾ। ਇਹਨੂੰ ਇਹ ਥੋੜਾ ਜਿਹਾ ਪਿੱਛੇ ਵੀ ਧੱਕ ਸਕਦੇ ਨੇ, ਇਹਨੂੰ ਡਰਾਅ ਦੇ ਵਿੱਚ ਪਾੜਾ ਵੀ ਵੱਡਾ ਪਾ ਸਕਦੇ ਆ, ਜਿਵੇਂ ਪਹਿਲਾਂ ਮਤਲਬ ਹਰੇਕ 15 ਦਿਨੀ ਡਰਾਅ ਆ ਰਿਹਾ ਸੀ, ਆਉਂਦਾ ਸੀ ਹਿਸਟੋਰੀਕਲੀ, ਵੀ ਉਹਨੂੰ ਇਹ 3 ਮਹੀਨਿਆਂ ਤੇ ਕਰ ਦੇਣ, 2 ਮਹੀਨਿਆਂ ਤੇ ਕਰ ਦੇਣ, ਜਾਂ ਇਹਨੂੰ ਕਹਿਣ ਵੀ ਇਹਨੂੰ 7ਵੇਂ 8ਵੇਂ ਮਹੀਨੇ 'ਚ ਛੇੜਾਂਗੇ, 2-3 ਮਹੀਨੇ ਇਹਦੇ ਨਾਲ ਪੰਗਾ ਲੈਣ ਦੀ ਲੋੜ ਹੀ ਹੈ ਨਹੀਂ। ਸੋ ਇਹ ਇਸ 55 ਵਾਲੇ ਨੰਬਰ ਤੋਂ ਲਾ ਰਿਹਾ, ਤੇ ਇਹਦੇ ਚੋਂ ਹੀ ਜਿਹੜਾ 23 ਵਾਲਾ ਉਹ 75 ਤੇ ਚੱਲ ਜਾਂਦਾ। ਉੱਥੇ ਵੀ ਆਪਾਂ ਇਹ ਬਹੁਤ ਸੇਫਲੀ ਕਹਿ ਸਕਦੇ ਹਾਂ ਕਿ ਕਾਈਂਡ ਆਫ ਫੇਰ ਦੁਬਾਰੇ ਇਹਦਾ ਵੱਡਾ ਨੁਕਸਾਨ FSW ਨੂੰ ਹੋਊਗਾ, ਨਾਲ CC ਨੂੰ ਵੀ ਹੋ ਸਕਦਾ, ਤੇ 24 ਜਾਂਦੇ ਜਾਂਦੇ ਇਹ ਆਪਦੇ ਪੁਰਾਣੇ ਨੰਬਰ ਤੇ ਵਾਪਸ ਆ ਜਾਂਦਾ, ਜੋ ਹਿਸਟੋਰੀਕਲ ਫਿਗਰ ਰਿਹਾ 1,11,000 ਵਾਲਾ। ਤੇ ਹੁਣ ਜਿਹੜੀ ਇਹਦੇ 'ਚ ਦੂਜੀ ਪਾਲਿਸੀ ਆ ਬਾਈ ਜੀ, ਫੈਡਰਲ ਇਕਨੋਮਿਕ ਪਬਲਿਕ ਪਾਲਿਸੀਜ਼, ਇਹ ਬਹੁਤ ਇੰਪੋਰਟੈਂਟ ਆ। ਇੱਥੇ ਜੋ ਮਰਜ਼ੀ ਲਿਖਿਆ ਹੋਵੇ, ਅੰਡਰਲਾਈਂਗ ਇਹਦਾ ਸਿੱਧਾ ਜਿਹਾ ਮਤਲਬ ਹੈ TR to PR। ਓਕੇ ਜੀ। ਸੋ ਇਹ TR to PR ਦੀ ਗੱਲ ਕਰ ਰਹੇ ਆ ਹੁਣ ਇੱਥੇ। ਸੋ ਇਹ ਜਦ ਆਪਾਂ TR to PR ਦੀ ਗੱਲ ਕਰਦੇ ਹਾਂ ਤਾਂ ਭੁਲੇਖਾ ਇਹ ਪੈਂਦਾ ਵੀ 40,000 ਬੰਦਾ ਇਹ ਕਿਤੇ TR to PR ਨਵਾਂ ਕੱਢ ਕੇ ਪੱਕਾ ਕਰ ਰਹੇ ਆ, ਤੇ 32,000 2023 ਚ ਪੱਕਾ ਕਰ ਰਹੇ ਆ। ਪਰ ਇਹਦੀ ਜਿਹੜੀ ਅੰਡਰਸਟੈਂਡਿੰਗ ਬਣਦੀ ਆ ਉਹ ਬਾਈ ਜੀ ਇਹ ਬਣਦੀ ਆ ਕਿ ਇਹਨਾਂ ਨੇ TR to PR ਦੇ ਵਿੱਚ 90,000 ਦਾ ਟਾਰਗੇਟ ਰੱਖਿਆ ਸੀ ਵਿਦਆਊਟ ਫ੍ਰੈਂਚ ਅੱਡ ਸੀ, 90 ਦੂਜੇ ਸੀ। ਸੋ 90 ਚੋਂ ਆਪਾਂ ਇਹ ਕਹਿ ਸਕਦੇ ਹਾਂ ਵੀ 20,000 ਇਹਨਾਂ ਨੇ ਪਿਛਲੇ ਸਾਲ ਦੇਤੀਆਂ, ਉਹ 20,000 ਦਾ ਜਿਹੜਾ ਕੋਟਾ ਸੀ ਉਹ 2021 ਚ ਪੂਰਾ ਹੋ ਗਿਆ। ਹਾਂਜੀ, ਜੇ ਆਪਾਂ ਮੋਟਾ ਲਾਈਏ ਤਾਂ ਇਹ 70 ਬਚ ਗਿਆ, 40 ਤੇ 30। ਹੁਣ ਇਹ 70 ਚੋਂ ਇੱਥੇ 2 ਚੀਜ਼ਾਂ ਆਨਸਰ ਹੁੰਦੀਆਂ ਨੇ ਜੀ। ਇੱਕ, TR to PR ਨਹੀਂ ਆ ਰਿਹਾ, 2022 ਚ ਵੀ ਨਹੀਂ ਆ ਰਿਹਾ, 23 ਚ ਵੀ ਨਹੀਂ ਆ ਰਿਹਾ। ਕੋਈ ਸਿਚੁਏਸ਼ਨ ਬਦਲ ਜੇ, ਕਰੋਨਾ ਹੋ ਜੇ, ਕੁਛ ਵੀ ਹੋ ਜੇ, ਅੰਕੜੇ ਕਹਿੰਦੇ ਨੇ ਨਹੀਂ ਆ ਰਿਹਾ। ਸੋ ਉਹ ਪੁਰਾਣੇ 40,000 ਇਹਨਾਂ ਨੇ ਪੱਕੇ ਕਰਨੇ ਆ 22 ਦੇ ਐਂਡ ਤੱਕ। ਸੋ TR to PR ਵਾਲਿਆਂ ਦਾ ਦੂਜਾ ਸਵਾਲ ਹੁੰਦਾ, ਬਾਈ ਜੀ ਖੜ ਗਏ ਤਾਂ ਆ ਹੀ ਨਹੀਂ ਰਿਹਾ ਕੁਛ। ਸੋ ਬਾਈ ਜੀ ਉਹ ਤਾਂ ਲੰਬੇ ਰਾਹਲ ਪਾ ਕੇ ਬਹਿ ਗਏ। ਉਹ ਕਹਿੰਦੇ 40 ਨੂੰ ਅਸੀਂ 2022 ਦੇ ਐਂਡ ਤੱਕ ਜਾਣਾ, ਤੇ ਜਿਹੜਾ ਪਿੱਛੇ 32 ਬਚ ਗਿਆ ਉਹਨੂੰ ਅਸੀਂ 23 ਤੱਕ ਵੀ ਖਿੱਚ ਸਕਦੇ ਹਾਂ। ਸੋ ਹੁਣ ਮੇਰਾ ਅੰਦਾਜ਼ਾ ਇਹ ਆ ਵੀ ਇਹ 32 ਵਾਲੇ ਉਹ ਹੋਣਗੇ ਜਿਹੜੇ ਐਂਡ ਤੱਕ ਫਾਈਲਾਂ ਲੱਗੀਆਂ, ਜਿਵੇਂ ਨਵੰਬਰ ਤੱਕ TR to PR ਦੀ ਡੈਡਲਾਈਨ ਸੀ। ਸੋ ਇਹਦੇ 'ਚ ਮੈਡੀਕਲ ਵਾਲੇ ਹੋ ਸਕਦੇ ਆ, ਜਾਂ ਜਿਹੜੇ ਐਂਡ ਤੱਕ ਬਚੇ ਹੋਏ ਸੀ। ਸੋ ਤੁਹਾਡੀ ਵੇਟ ਲੰਬੀ ਜਾ ਸਕਦੀ ਹੈ, ਇਹ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਅਗੇਨ ਇਹ ਸਿਰਫ ਮੇਰੀ ਡਾਟਾ ਇੰਟਰਪ੍ਰੀਟੇਸ਼ਨ ਹੈ, ਇਹਦਾ ਕਿਸੇ ਦਾ ਇਹਦੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈਗਾ, ਬਟ ਜੋ ਆਪਾਂ ਅੱਜ ਤੱਕ ਦੇ ਨੰਬਰਾਂ ਤੋਂ ਸਿੱਖਿਆ ਉਹ ਆਪਾਂ ਐਕਸਪੀਰੀਅੰਸ ਨਾਲ ਅੱਗੇ ਇੰਟਰਪ੍ਰੀਟ ਕਰ ਰਹੇ ਹਾਂ ਜੀ। ਠੀਕ ਹੈ ਜੀ। ਤੇ ਬਾਈ ਜੀ ਅਗਲਾ ਫੈਡਰਲ ਬਿਜ਼ਨਸ ਆ ਜਾਂਦਾ, ਇਹਦੇ ਵਿੱਚ ਕੀ ਹੁੰਦਾ? ਇਹ ਤਾਂ ਜੀ ਇਹ ਕਹ ਲਓ ਇਹ ਚਿੱਟੇ ਹਾਥੀ ਪ੍ਰੋਗਰਾਮ ਨੇ। ਇਹਦੇ 'ਚ ਇਹ 1000 ਕਹਿੰਦੇ ਨੇ ਬੰਦਾ, ਮਸਾਂ ਮੁੜ ਕੇ ਕਹਿ ਲਓ ਵੀ ਕਦੇ 500 ਕਦੇ 700 ਪੱਕਾ ਕਰਦੇ ਆ। ਸੋ ਇਹ ਕੋਈ ਬਾਹਲਾ ਆਪਣੇ ਕੰਮ ਦੇ ਪ੍ਰੋਗਰਾਮ ਹੈ ਨਹੀਂ, ਇਹਨੂੰ ਆਪਾਂ ਛੱਡ ਦਿੰਦੇ ਹਾਂ। ਉਹ ਤੋਂ ਥੱਲੇ ਵਾਲਾ ਪ੍ਰੋਗਰਾਮ ਥੋੜਾ ਜਿਹਾ ਕੰਮ ਦਾ ਹੈ।
ਓਕੇ ਉਹਦੇ 'ਚ ਜੀ। ਹੈਗੇ ਆ ਜੀ ਜਿਹੜੇ ਇਕਨੋਮਿਕ ਪਾਇਲਟ ਚੱਲਦੇ ਨੇ, ਇਹਦੇ 'ਚ ਹੁਣ ਕੰਮ ਦਾ ਪ੍ਰੋਗਰਾਮ ਵੱਡਾ ਇੱਕ ਹੈਗਾ ਕੇਅਰ ਗਿਵਰ ਵਾਲਾ। ਹੂੰ। ਸੋ ਕੇਅਰ ਗਿਵਰ ਵਾਲਾ ਇਹਨਾਂ ਨੇ ਟਾਰਗੇਟ ਦਿੱਤਾ ਜੀ ਵੀ 10,000 ਤੇ 250 ਅਸੀਂ ਪੱਕੇ ਕਰਨੇ ਆ, ਤੇ ਉਹਦੇ ਨਾਲ ਹੀ ਹੁਣ RNIP ਵੀ ਇਸੇ ਦੇ ਵਿੱਚ ਆ ਗਿਆ, ਹੂੰ। ਐਗਰੀ ਫੂਡ ਪਾਇਲਟ ਵੀ ਆ ਗਿਆ। ਸੋ ਇਹ ਜਿਵੇਂ ਆਪਣੇ ਆਮ ਨੰਬਰ ਹੁੰਦੇ ਨੇ ਉਹੇ ਜਿਹੇ ਨੰਬਰ ਆ, ਇਹਨਾਂ 'ਚ ਕੋਈ ਵਾਧਾ ਘਾਟਾ ਵਾਲਾ ਹੈਗਾ ਨਹੀਂ, ਇਹ ਯੂਜਲੀ ਇਸੇ ਨੰਬਰ ਤੇ ਚੱਲਦੇ ਰਹਿੰਦੇ ਆ ਇਹ। ਤੇ ਇਹ ਮਤਲਬ ਸੋ ਆਪਾਂ ਉਮੀਦ ਕਰ ਸਕਦੇ ਹਾਂ ਵੀ ਜਿਹੜੇ ਕੇਅਰ ਗਿਵਰ ਬਹੁਤ ਸਾਲਾਂ ਤੋਂ ਲਟਕੇ ਹੋਏ ਨੇ ਉਹ ਇਸ 10,250 ਦੇ ਵਿੱਚ ਆਉਣਗੇ। ਠੀਕ ਹੈ ਜੀ, ਠੀਕ ਹੈ, ਜਿਹੜੇ ਕੇਅਰ ਗਿਵਰ ਵਾਲੇ ਹੈਗੇ ਆ। ਹਾਂਜੀ। ਤੇ ਅੱਗੇ AIP ਆ ਗਿਆ ਜੀ। AIP ਨਵੇਂ ਫਾਰਮ ਦੇ ਵਿੱਚ ਸ਼ੁਰੂ ਹੋ ਰਿਹਾ ਮਾਰਚ ਨੂੰ। ਸੋ AIP ਦੀਆਂ ਪੱਕੀਆਂ ਸੀਟਾਂ ਹੀ ਹੁੰਦੀਆਂ ਨੇ। ਸੋ ਇਹ ਮਤਲਬ ਦੱਸ ਦਿੰਦੇ ਹੁੰਦੇ ਨੇ, ਮੈਂ ਅੱਜ ਹੀ ਆਪਾਂ ਕਿਸੇ ਕੰਸਲਟੇਸ਼ਨ 'ਚ ਗੱਲ ਹਾਂਜੀ, ਕਰਦੇ ਸੀ ਹਾਂਜੀ, ਜਦੋਂ ਹਾਂਜੀ। ਡਾਟਾ ਆਊਗਾ ਤਾਂ ਦੱਸਣਗੇ। ਸੋ ਦੱਸਤਾ ਜੀ। ਸੋ ਵੀ 8,000 ਤੱਕ ਵਾਧੂ ਵੱਧ ਲਿਜਾ ਸਕਦੇ ਆ, ਬਟ 6250 ਅਜੇ ਫਿਲਹਾਲ ਦਿੱਤੀਆਂ ਨੇ 22 ਹਾਂਜੀ। ਵਾਸਤੇ, 6500 ਦਿੱਤੀਆਂ 23 ਵਾਸਤੇ। ਤੇ ਇਹ ਲੱਗਦਾ ਵੀ ਹਿਸਟੋਰੀਕਲੀ ਇਹ ਅੱਗੇ ਵੀ ਪ੍ਰੋਗਰਾਮ 6500 ਇਹਨਾਂ ਦਾ ਟਾਰਗੇਟ ਹੈਗਾ, ਇਹ 6500 ਤੇ ਰੱਖ ਕੇ 6500 4 ਪ੍ਰੋਵਿੰਸਾਂ ਵਾਸਤੇ AIP ਵਾਸਤੇ ਬਹੁਤ ਸੋਹਣਾ ਪ੍ਰੋਗਰਾਮ ਹੈ। 6500 ਬੰਦਾ ਬਹੁਤ ਹੱਸ ਕੇ 'ਚ ਪੱਕਾ ਹੋਊਗਾ ਤੇ ਇਹ 'ਚ ਆਪਣੇ ਬਹੁਤ ਪੰਜਾਬੀ ਹੋਣਗੇ। ਠੀਕ ਹੈ ਜੀ। ਅਗਲਾ ਆ ਗਿਆ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ, ਜਿਹਦੀ ਆਪਾਂ ਗੱਲ ਕਰਦੇ ਹਾਂ OINP। ਠੀਕ ਹੈ ਜੀ। ਹਾਂਜੀ, ਇਹਦੇ 'ਚ OINP, BCPNP, ਨਿਊ ਬ੍ਰਾਂਸਵਿਕ PNP, ਸਾਰੀਆਂ PNP ਆ ਗਈਆਂ। ਸੋ ਇਹ ਬਹੁਤ ਇੰਟਰਸਟਿੰਗ ਡਾਟਾ ਜੀ। ਇਹ ਇੰਟਰਸਟਿੰਗ ਇਸ ਕਰਕੇ ਆ ਵੀ ਹਿਸਟੋਰੀਕਲੀ ਕੀ ਹੁੰਦਾ ਵੀ ਜਿਹੜੇ ਫੈਡਰਲ ਹਾਈ ਸਕਿਲਡ ਪ੍ਰੋਗਰਾਮ ਨੇ ਉਹ ਹਮੇਸ਼ਾ PNPਆਂ ਤੋਂ ਵੱਧ ਰਹੇ ਆ। ਠੀਕ ਹੈ ਜੀ। ਜਿਹੜਾ ਫੋਕਸ ਰਿਹਾ ਇੱਥੇ ਵਾਲੇ ਜਵਾਕਾਂ ਦਾ ਸਪੈਸ਼ਲੀ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਉਹ CEC ਰਿਹਾ ਕਿ ਅਸੀਂ CEC 'ਚ ਪੱਕੇ ਹੋਵਾਂਗੇ, 1 ਸਾਲ ਕੰਮ ਕਰਾਂਗੇ, CEC 'ਚ ਫਾਈਲ ਲਾਵਾਂਗੇ ਤੇ CEC 'ਚ ਪੱਕੇ ਹੋ ਜਾਵਾਂਗੇ। ਪਰ ਜੇ CEC 55,000 ਤੇ ਰਹਿ ਜਾਂਦਾ ਤਾਂ ਸਾਰੇ CEC 'ਚ ਪੱਕੇ ਨਹੀਂ ਹੋ ਸਕਦੇ। ਸਹੀ ਹੈ ਜੀ। ਸੋ ਇੱਥੇ ਫਿਰ ਕੰਮ ਆਊਗਾ PNP। ਇੱਕ ਪਾਸੇ ਤੁਹਾਡੇ ਕੋਲ ਸਿਰਫ 55,000 ਦਾ ਟਾਰਗੇਟ ਆ, ਦੂਜੇ ਪਾਸੇ 83,000 ਦਾ ਜੀ। ਸੋ 55 ਤੇ 83 ਬਹੁਤ ਵੱਡਾ ਡਿਫਰੈਂਸ ਆ। ਤੁਹਾਨੂੰ ਆਪ ਹੀ ਪਤਾ ਵੀ ਫਿਰ ਸਕੋਰ ਕਿੱਧਰਲੇ ਪਾਸੇ ਘੱਟ ਰਹਿਣਗੇ ਤੇ ਮੌਕੇ ਕਿੱਧਰ ਵੱਧ ਹੋਣਗੇ। ਸੋ ਜਿਹਦੀ ਵੀ ਕਿਸੇ ਵੀ ਉਹ ਪ੍ਰੋਵਿੰਸ ਦੇ ਵਿੱਚ ਬੈਠਾ, ਜੇ ਕਿਸੇ ਦੀ ਵੀ ਐਲੀਜੀਬਿਲਟੀ ਬਣਦੀ ਹੈ PNPਆਂ ਦੇ ਵਿੱਚ ਫਾਈਲਾਂ ਲਾ ਦਿਓ, ਰਹੋਗੇ। CEC ਤੰਗ ਬਾਈ ਜੀ ਇੱਥੇ ਨਾ ਮੈਨੂੰ ਹਾਸੇ ਵਾਲੀ ਗੱਲ ਯਾਦ ਆ ਗਈ। ਮੈਨੂੰ ਐਂ ਲੱਗਦਾ ਕਿ ਤੁਹਾਨੂੰ ਨਾ ਮੈਂ ਤੜਕੇ ਲੈ ਕੇ ਆਇਆ ਕਰਾਂ 7 ਵਜੇ ਵਾਲੇ ਸ਼ੋਅ 'ਚ, ਤੇ ਮੈਂ ਤੁਹਾਡੇ ਤੋਂ ਇੱਕ ਮੂੰਹ 'ਚੋਂ ਕੋਈ ਬੋਲ ਕਢਾਇਆ ਕਰਾਂ ਤੇ ਉਹ ਹਫ਼ਤੇ ਕੇ ਬਾਅਦ ਸੱਚਾ ਹੋ ਜਾਇਆ ਕਰੇ, ਤੇ ਫਿਰ ਅਸੀਂ ਦੋਨੇ ਹਾਸ ਕਮਲੇ ਹੋ ਜਾਇਆ ਕਰੀਏ ਵੀ ਬਾਈ ਜੀ ਇਹ ਤੇ ਆਪਾਂ ਤੁਸੀਂ ਕਿਹਾ ਹੀ ਸੀ, ਤੁਸੀਂ ਕਿਹਾ ਸੀ। ਉਹ ਗੱਲ ਮੈਨੂੰ ਯਾਦ ਆ ਗਈ। ਪਿਛਲੀਆਂ ਵੀਡੀਓ ਫਰੋਲ ਕੇ ਵੇਖ ਲਓ ਤੁਸੀਂ, ਜਿਹਦੇ ਵਿੱਚ ਕਹਿ ਕੇ ਹਟੇ ਹੋ। ਨਹੀਂ, ਬਿਲਕੁਲ ਆਪਾਂ ਗੱਲ ਕੀਤੀ ਸੀ ਜੀ ਵੀ ਫਿਊਚਰ ਜਿਹੜਾ ਖਾਸ ਕਰ 22 ਦੇ ਵਿੱਚ ਜਿਹੜਾ ਰਹਿਣ ਵਾਲਾ ਤੇ 23 ਦੇ ਵਿੱਚ ਵੀ ਲਾ ਲਓ ਉਹ PNPਆਂ ਰਹਿਣ ਵਾਲੀਆਂ ਨੇ। ਸੋ ਬਾਈ ਜੀ ਧਿਆਨ ਦੇਣ ਦੀ ਲੋੜ ਹੈ। ਭਾਈ ਜੀ ਹੁਣ ਆਪਾਂ ਕਿਊਬਿਕ ਵਾਲਾ ਤਾਂ ਮੇਰੇ ਹਿਸਾਬ ਨਾਲ ਇਹਨਾਂ ਨੇ ਕੋਈ ਡਾਟਾ ਦਿੱਤਾ ਨਹੀਂ। ਹੁਣ ਫੈਮਿਲੀ ਕਲਾਸ ਦੇ ਵਿੱਚ ਜਾਨੀ ਕਿ ਫੈਮਿਲੀ ਵਾਲੇ ਆ ਗਏ ਆ। ਹੁਣ ਇੱਥੇ ਬਾਈ ਜੀ ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਦੀ ਵੀ ਗੱਲ ਹੋਊਗੀ ਵੀ ਇੰਨੇ ਬੁਲਾਉਣੇ ਆ, ਜਾਂ ਇਹਦੇ ਵਿੱਚ ਪਰਮਾਨੈਂਟ ਰਹੇ? ਇਹ ਸਿਰਫ ਪਰਮਾਨੈਂਟ ਰੈਜ਼ੀਡੈਂਸ ਵਾਲੇ ਆ ਜੀ, ਜਿਹੜੇ ਵਿਆਹ ਕਰਾ ਕੇ ਪੱਕੇ ਹੋਣਗੇ। ਤੇ ਇਹ ਸਿਰਫ ਉਹਨਾਂ ਦੇ ਅੰਕੜੇ ਆ। ਤੇ ਇਹ ਮਤਲਬ ਹਿਸਟੋਰੀਕਲੀ ਇਹਨਾਂ ਦਾ ਨੰਬਰ ਇੱਥੇ ਜੀ ਤੁਰਿਆ ਫਿਰਦਾ ਹੁੰਦਾ, ਇੱਥੇ ਜੀ ਰਹਿਣਾ। ਹਾਂ, ਜਿਹੜਾ ਪੇਰੈਂਟ ਗ੍ਰੈਂਡ ਪੇਰੈਂਟ ਹੈ ਉਹਦੇ 'ਚ ਜ਼ਰੂਰ ਥੋੜਾ ਜਿਹਾ ਵਾਧਾ ਹੁੰਦਾ ਦਿਖ ਰਿਹਾ। ਹਾਂਜੀ। ਇਹ ਹਿਸਟੋਰੀਕਲੀ 10,000 ਹੁੰਦਾ ਸੀ। 10 ਤੋਂ ਫਿਰ ਇਹਨਾਂ ਨੇ ਇਸ ਸਾਲ ਪਿਛਲੇ ਸਾਲ ਜਿਹੜਾ ਆਇਆ ਉੱਥੇ 25 ਕੀਤਾ, ਇਹਨੂੰ 25 ਤੇ ਹੀ ਰੱਖਿਆ। ਤੇ ਅੱਗੇ ਜਾ ਕੇ 28,500 ਹੋਇਆ ਤਾਂ 25 ਪਲੱਸ ਹੋ ਰਿਹਾ ਤੇ 32 ਹੋ ਰਿਹਾ। ਸੋ ਇਹ ਚੰਗੀ ਖਬਰ ਹੈ ਜੀ। ਜਿਹੜੇ ਲੋਟਰੀਆਂ ਦੇ ਵਿੱਚ ਕਈ ਵਿਚਾਰੇ 2-2 3-3 ਵਾਰੀ ਪਾ ਚੁੱਕੇ ਆ ਤੇ ਉਹਨਾਂ ਦਾ ਨਹੀਂ ਆਇਆ, ਨੰਬਰ ਵੱਧਦਾ ਤਾਂ ਸਾਰਿਆਂ ਨੂੰ ਇਹਦੇ 'ਚ ਫਾਇਦਾ ਹੋਊਗਾ ਜੀ। ਠੀਕ ਹੈ ਜੀ। ਹਾਂਜੀ, ਰਿਫਿਊਜੀ ਵਾਲਾ ਟਾਰਗੇਟ ਇਹਨਾਂ ਦਾ ਆਮ ਹੀ ਕਹਿ ਲਓ ਵੀ 25,000 ਦੇ ਆਲੇ ਦੁਆਲੇ ਹੁੰਦਾ। ਸੋ ਉੱਥੇ ਕੀ ਇਹਨਾਂ ਨੇ ਰੱਖਿਆ ਤੇ ਉਹਦੇ 'ਚ ਬਸ ਇਹ ਹੀ ਆ ਵੀ ਅੱਗੇ ਜਿਹੜੇ ਮਤਲਬ ਆਪਾਂ ਨੂੰ ਇਹਦੇ 'ਚ ਬਾਹਲਾ ਮੈਨੂੰ ਲੱਗਦਾ ਵੀ ਡੀਪ ਜਾਣ ਦੀ ਇਹ ਲੋੜ ਹੈਗੀ ਨਹੀਂ। ਹੁਣ ਆ ਗਏ ਜੀ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਵਾਲੇ। ਇਹ ਮਤਲਬ ਇਹ ਕੇਸਾਂ ਦਾ ਕਹਿ ਲਓ ਵੀ ਜਿਹੜਾ ਟਾਰਗੇਟ ਹੁੰਦਾ ਬੇਸਿਕਲੀ ਉਹ
ਕੋਈ ਟਾਰਗੇਟ ਐਵੇਂ ਨਹੀਂ ਹੁੰਦਾ ਵੀ ਹਾਂ ਵੀ ਜੇ 82-50 ਹੋ ਗਏ ਤਾਂ ਮੁੜ ਕੇ ਉਹਨਾਂ ਨੇ ਪੱਕਾ ਕਰਨਾ ਹੀ ਕੋਈ ਨਹੀਂ, ਜਾਂ 85 ਹੋ ਗਏ ਤਾਂ ਪੱਕਾ ਕਰਨਾ ਹੀ ਨਹੀਂ ਕੋਈ। ਇਹਨਾਂ ਦਾ ਬੇਸਿਕਲੀ ਟਾਰਗੇਟ ਜਿਹੜਾ ਹੁੰਦਾ ਵੀ ਜਿੰਨੀਆਂ ਕੁ ਫਾਈਲਾਂ ਆਈਆਂ ਉਨੀਆਂ ਕੁ ਕਰ ਲਈਆਂ, ਬਟ ਇੰਨੇ ਕੁ ਆਮ ਹੀ ਹੋ ਜਾਂਦੇ ਆ ਇਹਨਾਂ ਦੇ। ਸੋ ਇਹ ਆ ਜੀ ਇਹਦਾ ਕਹਿ ਲਓ ਵੀ ਨਿਚੋੜ ਜੋ ਪ੍ਰੋਗਰਾਮ ਆਇਆ, ਤੇ ਇਹਦੇ ਚੋਂ ਜੋ ਟੇਕ ਹੋਮ ਪੁਆਇੰਟ ਨੇ ਅੱਜ ਦੇ ਦਿਨ ਮੇਰੇ ਹਿਸਾਬ ਨਾਲ ਉਹ ਇਹ ਨੇ ਵੀ TR2 PR ਤੇ ਉਮੀਦ ਨਾ ਰੱਖੋ। ਹਾਂ, ਇਹ ਸਿਰਫ ਇੱਕ ਓਵਰਆਲ ਪ੍ਰੋਜੈਕਸ਼ਨ ਹੁੰਦੀ ਆ। ਕੱਲ ਨੂੰ ਦੁਬਾਰੇ ਕੋਈ ਕਰੋਨਾ ਵਰਗੀ ਸਿਚੁਏਸ਼ਨ ਬਣ ਜਾਂਦੀ ਹੈ, ਦੁਬਾਰੇ ਕੈਨੇਡਾ ਲੋਕਡਾਊਨ 'ਚ ਚੱਲ ਜਾਂਦਾ, ਜਾਂ ਕੋਈ ਹੋਰ ਇਹੋ ਜਿਹਾ ਸਿਚੁਏਸ਼ਨ ਬਣ ਜਾਂਦੀ ਹੈ, ਆ ਜੇ ਕੁਝ ਕਹਿ ਨਹੀਂ ਸਕਦੇ, ਤਿਆਰੀ ਜ਼ਰੂਰ ਰੱਖੋ। ਬਾਈ ਜੀ ਹੁਣ ਉੱਥੇ ਮੈਂ ਸਵਾਲ ਤੁਹਾਡੇ ਵੱਲ ਲੈ ਕੇ ਆਉਣ ਲੱਗਿਆ ਸੀ ਵੀ ਹੁਣ ਕਈ ਮੇਰੇ ਅੱਗੇ ਮਾਤੜ ਬੰਦਿਆਂ ਨੇ ਜਿਨ੍ਹਾਂ ਨੂੰ ਅੱਧਾ ਨੌਲੇਜ ਆ, ਉਹਨਾਂ ਨੇ ਗੱਲ ਦੱਸਾਂ ਕੀ ਕਹਿਣੀ ਆ ਵੀ TR2 PR ਫੇਰ ਆਊਗਾ, ਇੰਨੇ ਲੋਕ ਪੱਕੇ ਕਿਵੇਂ ਹੋਣਗੇ, ਮੈਨੂੰ ਸਮਝ ਨਹੀਂ ਆ ਰਹੀ। ਸੋ TR2 PR ਆਊਗਾ। ਸੋ ਪਰ ਮੈਂ ਇਹਦੇ ਵਿੱਚ ਕਲੀਅਰਲੀ ਇੱਕ ਗੱਲ ਕਹਾਂ ਕਿ ਅਸੀਂ ਪ੍ਰੈਡਿਕਟ ਕਰ ਰਹੇ ਹਾਂ ਕਿ TR2 PR ਆਊਗਾ ਜਾਂ ਨਹੀਂ ਆਊਗਾ। ਸੋ ਇਦਾਂ ਦਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਬਾਈ ਜੀ ਦੱਸੋ, ਮਾੜਾ ਜਿਹਾ ਇਹਦੇ ਤੇ ਚਾਨਣ ਪਾਓ। ਫਿਰ ਉਹ ਗੱਲ ਉਹੀ ਆ ਜਾਂਦੀ ਹੈ ਕਿ ਆਪਾਂ ਉੱਤੋਂ ਲੱਗੇ ਹਾਂ, ਥੱਲੋਂ ਤੱਕ ਗੱਲ ਫਿਰ ਉੱਥੇ ਦੀ ਉੱਥੇ ਹੀ ਆ ਜਾਂਦੀ ਹੈ ਜੀ। ਜਿਵੇਂ ਮਤਲਬ ਮੈਂ ਪਹਿਲਾਂ ਕਿਹਾ ਜੀ ਵੀ ਜੋ ਅੰਕੜੇ ਕਹਿੰਦੇ ਨੇ ਵੀ ਜਸਟ ਬੇਸਡ ਔਨ ਦਾ ਫਿਗਰਸ ਉਮੀਦ ਨਹੀਂ ਲੱਗਦੀ, ਉਮੀਦ ਕੋਈ ਰੱਖੇ ਵੀ ਨਾ। ਅੱਛਾ, ਇਹਦੇ 'ਚ ਨਾ ਐ ਆ, ਮੈਂ ਦੱਸਦਾ ਵੀ ਉਮੀਦ ਰੱਖਣੀ ਨੁਕਸਾਨਦਾਇਕ ਹੋ ਸਕਦੀ ਆ, ਤਿਆਰੀ ਰੱਖਣੀ ਕਦੇ ਨੁਕਸਾਨਦਾਇਕ ਨਹੀਂ ਹੁੰਦੀ। TR2 PR ਤੇ ਉਮੀਦ ਨਾ ਰੱਖੋ, ਮੈਨੂੰ ਨਹੀਂ ਲੱਗਦਾ ਆਊਗਾ ਅੰਕੜਿਆਂ ਦੇ ਹਿਸਾਬ। ਹਾਂ, ਤਿਆਰੀ ਰੱਖੋ। ਜੇ ਕੱਲ ਨੂੰ ਕੁਛ ਵੀ ਗੜਬੜ ਹੁੰਦੀ ਹੈ, ਕੁਛ ਵੀ ਚੇਂਜ ਹੁੰਦਾ, ਜਿਵੇਂ ਮੈਂ ਕਿਹਾ ਇਹ ਪ੍ਰੋਜੈਕਸ਼ਨਸ ਹੁੰਦੀਆਂ ਨੇ। ਹੁਣ ਆਪਾਂ ਪਿਛਲੇ ਸਾਲ ਦੇ ਵਿੱਚ ਦੇਖਿਆ ਵੀ 2 ਇਹੋ ਜਿਹੀਆਂ ਚੀਜ਼ਾਂ ਹੋਈਆਂ ਜੋ ਸੋਚੀਆਂ ਨਹੀਂ ਸੀ ਕਿਸੇ ਨੇ। 75 ਵਾਲਾ ਡਰਾਅ ਆਇਆ CEC ਦਾ, ਤੇ TR2 PR ਆਇਆ, ਜੋ ਕਿਸੇ ਦੇ ਦਿਮਾਗ 'ਚ ਹੀ ਨਹੀਂ ਸੀ, ਚੇਤੇ ਵੀ ਨਹੀਂ ਸੀ ਇਹੋ ਜਿਹਾ ਕੁਛ ਹੋ ਜਾਂਦਾ। ਸੋ ਕੱਲ ਨੂੰ ਕੋਈ ਐਵੇਂ ਦੀਆਂ ਸਿਚੁਏਸ਼ਨਾਂ ਬਣਦੀਆਂ ਨੇ, ਕੁਛ ਆ ਜਾਂਦਾ, ਤੁਸੀਂ ਉਹਦੇ 'ਚੋਂ ਬਾਹਰ ਨਹੀਂ ਰਹਿਣੇ ਚਾਹੀਦੇ। ਤੁਸੀਂ ਆਪਦੀਆਂ ਤਿਆਰੀਆਂ ਕਰਕੇ ਰੱਖੋ। ਪਰ ਜੋ ਅੰਕੜੇ ਕਹਿ ਰਹੇ ਨੇ ਪ੍ਰੋਗਰਾਮ TR2 PR ਵਰਗਾ ਆਉਂਦਾ ਲੱਗਦਾ ਨਹੀਂ। CEC ਦੇ ਨੰਬਰ ਘਟ ਰਹੇ ਨੇ, FSW ਵਾਲੇ ਜਮਾਂ ਹੀ ਭੁੱਲ ਜਾਣ। ਸੋ PNP ਟਾਰਗੇਟ ਕਰੋ, ਚੰਗੇ ਰਹੋਗੇ। ਹੁਣ ਬਾਈ ਜੀ ਇੱਥੇ ਅਗਲਾ ਸਵਾਲ ਹੈਗਾ ਕਿ TR2 PR ਰਿਜ਼ਲਟਸ। ਹਾਂਜੀ, ਰਿਜ਼ਲਟ ਵਾਲੀ ਵੀ ਜਿਵੇਂ ਆਪਾਂ ਪਹਿਲਾਂ ਵੈਸੇ ਥੋੜੀ ਜਿਹੀ ਗੱਲ ਕਰ ਹੀ ਚੁੱਕੇ ਹਾਂ ਵੀ 20,000 ਹੋ ਗਿਆ ਸੀ ਆਲਮੋਸਟ। ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਤਾਂ ਜਿਹੜਾ ਬਚਦਾ 70 ਸੀ ਜੀ, ਉਹਨਾਂ ਨੂੰ ਇਹਨਾਂ ਨੇ ਲੰਬੇ ਰਾਹੇ ਪਾਤਾ। ਕਹਿੰਦੇ 40-22 ਦੇ ਐਂਡ ਤੱਕ ਕਰਾਂਗੇ। ਸੋ 22 ਦਾ ਐਂਡ ਤੱਕ ਦਾ ਮਤਲਬ ਇਹ ਆ ਵੀ ਹੋ ਸਕਦਾ ਵੀ ਉਹ ਕੱਲ ਨੂੰ ਰਿਜ਼ਲਟ ਆਉਣ ਲੱਗ ਜਾਣ ਉਹਦੇ, ਬਟ ਉਹਦੇ ਚੋਂ ਫੇਰ ਵੀ 30,000 ਬੰਦਾ ਕਹਿੰਦੇ ਵੀ ਸਾਡੇ ਕੋਲ ਇੰਨੀ ਕੀ ਕਪੈਸਿਟੀ ਆ, 30 ਨੂੰ ਅਸੀਂ ਲੈ ਕੇ ਜਾਵਾਂਗੇ 23 ਦੇ ਵਿੱਚ। ਇਹ ਤਾਂ ਧੱਕਾ ਹੀ ਜੀ, ਫਿਰ ਗੱਲ ਤੇ ਫਿਰ ਕਿਸੇ ਪਾਸੇ ਲੱਗਦੀ ਨਹੀਂ ਨਾ। ਹੁਣ ਸਾਡੇ ਵਾਲਿਆਂ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਉਮੀਦ ਲਾਈ ਸੀ ਵੀ ਇਮੀਗ੍ਰੇਸ਼ਨ ਪਲਾਨ ਆਉਣਾ, ਵੀਜ਼ੇ ਡਿੱਗਣੇ ਆ, ਠੀਕ ਹੈ, ਸਾਰਾ ਕੁਝ ਹੋ ਜਾਣਾ, ਬੈਕਲੌਗ ਨੂੰ ਲੈ ਕੇ ਅਪਡੇਟ ਆਊਗਾ ਜੀ। ਮੈਂ ਇੱਕ ਰੋਡ ਮੈਪ ਹੁੰਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਹੁੰਦਾ, ਸੋ ਮੈਂ ਇਹਨਾਂ ਨੂੰ ਕਈ ਦਿਨਾਂ ਦਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਪਰਮਾਨੈਂਟ ਰੈਜ਼ੀਡੈਂਸੀ ਵਾਲਿਆਂ ਵਾਸਤੇ ਹੁੰਦਾ ਰੋਡ ਮੈਪ, ਠੀਕ ਹੈ। ਬਟ ਤੁਸੀਂ ਵੀ PNP ਦੇ ਵਿੱਚ ਆਪਦੀ ਫਾਈਲ ਲਾਓ। ਹੁਣ ਬਹੁਤ ਸਾਰੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਐਪਲੀਕੈਂਟ ਆ, ਸੋ ਬੈਟਰ ਹੈ ਕਿ ਜੇ ਉਹਨਾਂ ਦੀ ਵਾਈਫ ਓਨਟਾਰੀਓ ਦੇ ਵਿੱਚ ਹੈਗੀ ਆ, ਠੀਕ ਹੈ, ਉਹ INP ਦੇ ਵਿੱਚ ਟਰਾਈ ਕਰੇ। ਬਿਲਕੁਲ ਨਹੀਂ, ਸਿਰਫ ontario ਕਿਉਂ ਜੀ, ਆਪਾਂ ਉਹ ਤਾਂ ਇਹ ਵੀ ontario ਆਪਾਂ ਡਿਸਕਸ ਕੀਤਾ, ਆਪਾਂ ਸਾਰੇ ਕਿਤੇ ਕੰਮ ਕਰਦੇ ਹਾਂ ਵੀ ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਉੱਥੇ ਵਾਲਾ ਐਕਸਪਲੋਰ ਕਰ ਸਕਦੇ ਹਾਂ। ਤੁਸੀਂ BC PNP ਕਰ ਸਕਦੇ ਹੋ, MPNP ਕਰ ਸਕਦੇ ਹੋ, SINP ਕਰ ਸਕਦੇ ਹੋ। ਹਰ ਪ੍ਰੋਵਿੰਸ ਦੀ ਆਪਣੀ PNP ਹੈਗੀ ਹੈ। ਬਾਈ ਜੀ ਇੱਥੇ ਹੁਣ ਜਿਨ੍ਹਾਂ ਦੇ ਰਿਜ਼ਲਟ ਵੇਟ ਕਰ ਰਹੇ, ਤੁਸੀਂ ਨਾ ਇੱਕ ਗੱਲ ਕਹੀ ਸੀ ਅੱਜ ਮੈਨੂੰ, ਆਪਣੇ 1350 ਰੇਡੀਓ ਤੇ ਕੁੜੀ ਕੰਮ ਕਰਦੀ ਹੈ, ਹਰਸਿਮਰਨ ਉਹਦਾ ਨਾਮ, ਤੇ ਕਹਿੰਦੇ ਹੁੰਦੇ ਕਿ ਤੁਸੀਂ ਮੈਨੂੰ ਵੈਬ ਫਾਰਮ ਦਾ, ਜੇ ਤੁਹਾਡਾ ਸਪਾਊਸ ਓਪਨ ਵਰਕ ਪਰਮਿਟ ਕੈਨੇਡਾ ਦਾ ਰਿਜ਼ਲਟ ਨਹੀਂ ਆ ਰਿਹਾ, ਵੈਬ ਫਾਰਮ ਪਾ ਲਓ, ਕੋਈ ਗੱਲ ਨਹੀਂ, ਉਹਦਾ ਦੁੱਖ ਨਹੀਂ ਹੁੰਦਾ ਕੋਈ, ਠੀਕ ਹੈ, ਮੇਲ ਕਰ ਲਓ, ਕੋਈ ਦੁੱਖ ਨਹੀਂ। ਤੇ ਅੱਜ ਕੁੜੀ ਨੂੰ ਅਪਡੇਟ ਮਿਲ ਗਿਆ, ਉਹਨੇ 3-4 ਵੈਬ ਫਾਰਮ ਜਾਨੀ ਕਿ ਮੇਲ ਵੀ 4-5 ਇਕੱਠੀਆਂ ਸਿੱਟੀਆਂ ਤੇ ਵੈਬ ਫਾਰਮ ਵੀ, ਤੇ ਉਹ ਚੱਕਤਾ ਕੰਮ ਬਾਈ ਜੀ, ਉਹਦੇ ਅਪਡੇਟ ਦੇਤਾ ਉਹਨੂੰ। ਨਹੀਂ ਕੀ ਮਸਲਾ? ਮੈਂ ਤਾਂ ਤੁਹਾਨੂੰ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਵੀ ਆਪਾਂ ਦੇਖੋ 2 ਚੀਜ਼ਾਂ ਕਰ ਸਕਦੇ ਹੁੰਦੇ ਹਾਂ। ਉਹ ਚੀਜ਼ ਨਾ ਕਰੋ ਜਿਹਦਾ ਨੁਕਸਾਨ ਹੈ, ਉਹ ਚੀਜ਼ ਮੈਂ ਕਹਿੰਦਾ ਵੀ ਪੂਰੀ ਫੁੱਲ ਹੱਦ ਤੱਕ ਕਰੋ ਜਿਹਦਾ ਭਾਵੇਂ ਫਾਇਦਾ ਹੋਵੇ ਨਾ ਹੋਵੇ ਪਰ ਨੁਕਸਾਨ ਕੋਈ ਨਹੀਂ, ਉਹਨੂੰ ਕਰੋ।
ਸੋ ਹੁਣ ਵੈਬ ਫਾਰਮ ਵਾਲੇ ਮਸਲੇ ਦੇ ਵਿੱਚ ਬਹੁਤ ਲੋਕਾਂ ਨੂੰ ਇਹ ਭੁਲੇਖਾ ਜੀ, ਅਸੀਂ ਵੈਬ ਫਾਰਮ ਪਾਤਾ, ਪਤਾ ਨਹੀਂ ਸਾਡੀ ਫਾਈਲ ਹੀ ਨਾ ਰੋਕ ਲੈਣ, ਅਸੀਂ ਜੀ ਕੋਈ ਇਨਕੁਆਇਰੀ ਕਰਾਤੀ, ਪਤਾ ਨਹੀਂ ਸਾਨੂੰ ਨੈਗੇਟਿਵ ਹੀ ਨਾ ਕਰ ਦੇਣ। ਇਹੋ ਜਿਹਾ ਕੁਛ ਨਹੀਂ ਹੈਗਾ ਜੀ, ਤੁਹਾਡੀ ਫਾਈਲ ਦਾ ਜੋ ਰਿਜ਼ਲਟ ਆਉਣਾ ਉਹੀ ਆਉਣਾ। ਵੈਬ ਫਾਰਮ ਨਾਲ ਹੁੰਦਾ ਕੀ ਆ, ਉੱਥੇ ਇਨਕੁਆਇਰੀ ਜਾਂਦੇ ਆ, ਉਹ ਇਨਕੁਆਇਰੀ ਨੂੰ ਕੋਈ ਬੰਦਾ ਮੈਨੂਅਲੀ ਦੇਖਦਾ ਵੀ ਹਾਂ ਵੀ ਇਹਨੇ ਕੋਈ ਡਾਕੂਮੈਂਟ ਮੰਗਿਆ ਜਾਂ ਇਨਫੋਰਮੇਸ਼ਨ ਮੰਗੀ ਆ, ਤੇ ਉਹ ਹੁੰਦਾ ਇੰਨਾ ਹੀ ਆ ਵੀ ਮੇਰੇ ਕੋਲ ਇੱਕ ਫਾਈਲਾਂ ਦਾ ਢੇਰ ਪਿਆ, ਮੈਂ ਕਿਹਾ ਯਾਰ ਵੀ ਕਿੱਥੇ ਆ ਇਹਦੀ ਫਾਈਲ, ਮੈਂ ਚੱਕ ਕੇ ਉੱਥੇ ਰੱਖ ਲਈ, ਤਾਂ ਹੋ ਸਕਦਾ ਕੱਲ ਨੂੰ ਮੈਂ ਪਹਿਲਾਂ ਉਹਨੂੰ ਕੱਢਦਾ। ਸੋ ਉਹ ਹੈ ਕਿਸਮਤ ਦੀ ਗੱਲ ਆ, ਸਾਰਿਆਂ ਨਾਲ ਐਵੇਂ ਨਹੀਂ ਹੁੰਦਾ, ਕਈਆਂ ਨਾਲ ਹੁੰਦਾ ਵੀ ਆ। ਸੋ ਅਗੇਨ, ਜਿਹੜੀ ਚੀਜ਼ ਦਾ ਨੁਕਸਾਨ ਆ ਉਹ ਜਮਾ ਨਾ ਕਰੋ, ਪਰ ਜਿਹੜੀ ਚੀਜ਼ ਦਾ ਤੁਹਾਨੂੰ ਇਹ ਲੱਗਦਾ ਵੀ ਇਹਦਾ ਫਾਇਦਾ ਪਤਾ ਨਹੀਂ ਹੋਣਾ, ਪਤਾ ਨਹੀਂ ਨਾ, ਪਰ ਨੁਕਸਾਨ ਹੈ ਨਹੀਂ, ਉਹਨੂੰ ਦੱਬ ਕੇ ਕਰੋ, ਕੰਮ ਲਾਈ ਰੱਖੋ ਉਹਨਾਂ ਨੂੰ, ਤਾਂ ਹੀ ਕੰਮ ਹੁੰਦੇ ਆ। ਠੀਕ ਹੈ ਜੀ, ਠੀਕ ਹੈ। ਪੀਪੀਆਰ ਵੀ ਆ ਰਹੀਆਂ, ਚਲੋ 2020 ਵਾਲਿਆਂ ਦੇ ਤਾਂ ਭਾਗ ਖੁੱਲ ਗਏ, ਸਪਾਊਸ ਓਪਨ ਵਰਕ ਪਰਮਿਟ ਵਾਲਿਆਂ ਦੇ, ਪੀਪੀਆਰ ਸਪਾਊਸ ਵਾਲਿਆਂ ਦੀਆਂ ਆਈ ਜਾਂਦੀਆਂ। ਨਾਲ ਦੀ ਨਾਲ IRCC ਵੀ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਨੂੰ ਲੈ ਕੇ ਸਤਰਕ ਹੋਇਆ ਪਿਆ, ਖਾਸ ਤੌਰ ਤੇ ਫਰਾਡ ਨੂੰ ਲੈ ਕੇ, ਸਕੈਮ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਹੋਇਆ ਇਸ ਟਾਈਮ। ਮੈਨੂੰ ਲੱਗਦਾ ਵੀ ਅੱਧੇ ਤੇ ਉਹਨਾਂ ਨੇ ਐਂ ਹੀ ਝਾੜ ਦੇਣੇ ਆ, ਵੇਂਦੇ ਵੀ ਆਹ ਚੀਜ਼ ਏਦਾਂ ਨਹੀਂ ਤੇ ਏਦਾਂ ਨਹੀਂ। ਬਿਲਕੁਲ ਜੀ, ਇਹ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੈਨੇਡਾ ਵਰਗੀ ਕੰਟਰੀ ਵਾਸਤੇ ਜਿਹੜਾ ਮੈਨੀਟੋਬਾ ਵਾਲਾ ਇੰਸੀਡੈਂਟ ਸੀ, ਗੁਜਰਾਤੀ ਫੈਮਿਲੀ ਵਾਲਾ, ਉਹ ਬਹੁਤ ਜ਼ਿਆਦਾ ਵੱਡਾ ਇੰਸੀਡੈਂਟ ਸੀ। ਆਪਾਂ ਇੰਡੀਆ 'ਚ ਰਹਿੰਦੇ ਕਈ ਵਾਰੀ ਯੂਜ਼ ਟੂ ਹੋ ਜਾਂਦੇ ਆ ਵੀ ਉਹ ਫਲਾਣਾ ਮਰ ਗਿਆ ਐਕਸੀਡੈਂਟ 'ਚ, ਫਲਾਣਾ ਮਰ ਗਿਆ। ਇੱਥੇ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ। ਸੋ ਅੰਦਰ ਤੱਕ ਤਾਰਾਂ ਹਿੱਲੀਆਂ ਨੇ ਜੀ, ਉਹ ਤਾਰਾਂ ਦੇ ਜਿਹੜੇ ਅਸਰ ਨੇ ਆਪਾਂ ਦੇਖੇ ਵੀ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਤੇ ਇਹ ਸਪੈਸ਼ਲੀ ਪੰਜਾਬ ਤੇ ਗੁਜਰਾਤ ਤੇ ਕਹਿ ਲਓ ਵੀ ਟਾਰਗੇਟ ਹੋਣਾ। ਪੰਜਾਬ ਤਾਂ ਪਹਿਲਾਂ ਹੀ ਟਾਰਗੇਟ ਸੀ, ਗੁਜਰਾਤ ਹੁਣ ਵੱਧ ਹੋਣਾ, ਬਟ ਉਹ ਆ ਵੀ ਸਕਰੂਟਨੀ ਵੱਧ ਜਾਣੀ ਆ ਸਾਰੀ, ਤੁਹਾਡੀ ਹਰ ਚੀਜ਼ ਤੇ ਸਕਰੂਟਨੀ ਵਧਣੀ ਹੀ ਵਧਣੀ ਆ, ਇਹਦੇ ਨਾਲ ਇਹ ਹੋਣਾ ਹੀ ਹੋਣਾ। ਸੋ ਵੀ ਧਿਆਨ ਨਾਲ ਜੋ ਵੀ ਕਰਨਾ ਕਿਸੇ ਨੇ ਜ਼ਿੰਮੇਵਾਰੀ ਤੇ ਕਰਿਓ, ਜ਼ਿੰਮੇਵਾਰੀ ਵਾਲੇ ਬੰਦੇ ਤੋਂ ਕਰਾਇਓ, ਤੇ ਕਿਉਂਕਿ ਉੱਥੇ ਗੱਲ ਵਿਗੜੀ ਫਿਰ ਉਹ 5 ਸਾਲਾਂ ਤੇ ਜਾ ਪੈਂਦੀ ਆ। ਉਹ 5 ਸਾਲ ਵੀ ਕਹਿਣ ਦੇ ਹੁੰਦੇ ਨੇ, ਆਉਣ ਉਹ ਤੋਂ ਬਾਅਦ ਵੀ ਨਹੀਂ ਦਿੰਦੇ ਉਹ, ਜਦ ਤੱਕ ਫਿਰ ਤੁਸੀਂ ਵਕੀਲ ਨਹੀਂ ਕਰਦੇ ਵਿਚਾਲੇ। ਉਹ ਫਿਰ ਉਹ ਫ੍ਰੀ ਵਾਲੇ ਚੱਕਰ ਦੇ ਵਿੱਚ ਬਾਈ ਜੀ ਮਾਰੇ ਜਾਂਦੇ ਆ। ਸੋ ਕਈਆਂ ਨੂੰ ਸਾਡੀਆਂ ਗੱਲਾਂ ਬਹੁਤ ਭੈੜੀਆਂ ਲੱਗਦੀਆਂ, ਬਟ ਮੈਂ ਕਹਿੰਦਾ ਹੁੰਦਾ ਕਿ ਮੈਂ ਕਿਸੇ ਇੱਕ ਨੂੰ ਘਰੇ ਜਾ ਕੇ ਖੁਸ਼ ਨਹੀਂ ਕਰ ਸਕਦਾ, ਤੇ ਨਾ ਹੀ ਬਾਈ ਅਮਨ ਕਰ ਸਕਦਾ ਕਿਸੇ ਨੂੰ ਜਾ ਕੇ ਖੁਸ਼। ਰੱਬ ਤਾਂ ਬਾਬੇ ਨਾਨਕ ਤੋਂ ਵੀ ਖੁਸ਼ ਨਹੀਂ ਸੀ, ਤਾਂ ਹੀ ਤਾਂ ਉਹਨਾਂ ਦੇ ਪੈਰਾਂ ਅੱਗੇ ਵੀ ਨਹੀਂ ਆ। ਨਹੀਂ, ਖੁਸ਼ ਕਰਨ ਵਾਲਾ ਦੇਖੋ ਐਵੇਂ ਆ ਜੀ, ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦੇ ਆ ਜਿਹੜਾ ਆਮ ਹੀ ਆਪਾਂ ਦੇਖੀਦਾ ਹਨਾ ਵੀ ਸ਼ੋਰਟ ਆ ਜੀ, ਆ ਜਾਓ, ਸੂਈ ਦਾ ਚੱਕਰ ਹੀ ਕੋਈ ਨਹੀਂ, ਆ ਜਾਓ। ਆਪਾਂ ਵੀ ਉਹ ਕਰ ਸਕਦੇ ਹਾਂ। ਆਪਾਂ ਪੈਸਾ ਇਸ ਚੀਜ਼ ਤੋਂ ਵੀ ਕਮਾ ਸਕਦੇ ਹਾਂ ਵੀ ਆਪਾਂ ਫਾਈਲ ਹੀ ਮਹੀਨੇ ਦੀ 100 ਫੜੀਏ ਤੇ ਉਹਨੂੰ ਬਸ ਸਿੱਟ ਹੀ ਜਾਈਏ, 100 ਚੋਂ 10 ਤਾਂ ਪਾਸ ਹੋਣਗੀਆਂ ਹੀ, ਫੋਟੋਆਂ ਆਪਾਂ ਉਹਦੀਆਂ ਲਾ ਦਾਂਗੇ। ਬਟ ਦੂਜਾ ਤਰੀਕਾ ਇਹ ਹੁੰਦਾ ਵੀ ਅਗਲੇ ਨੂੰ ਫਾਈਲ ਦੇਖ ਕੇ ਦੱਸੋ ਵੀ ਭਾਈ ਤੇਰੇ ਆਹ ਚਾਂਸ ਨੇ, ਆਹ ਤੇਰੇ ਪਰਸੈਂਟੇਜ ਆ, ਇੱਥੇ ਆਪਾਂ ਇਹਨੂੰ ਠੀਕ ਕਰ ਸਕਦੇ ਹਾਂ, ਇੱਥੇ ਤੂੰ ਜਮਾਂ ਹੀ ਗੜਬੜ ਕਰ ਲਈ ਵੀ ਇੱਥੇ ਠੀਕ ਹੋਊਗਾ, ਬਟ ਇਹ ਠੀਕ ਕਰਨ ਦਾ ਤਰੀਕਾ ਜਿਹੜਾ ਲੰਬਾ ਹੈ। ਸੋ ਬਹੁਤ ਲੋਕ ਨੇ ਉਹ ਸੁਣਨਾ ਚਾਹੁੰਦੇ ਹੁੰਦੇ ਨੇ ਜੋ ਉਹਨਾਂ ਦੇ ਮਨ 'ਚ ਪਹਿਲਾਂ ਹੁੰਦਾ। ਉਹ ਬਾਰ-ਬਾਰ ਇੱਕੋ ਸਵਾਲ ਵੀ ਪੁੱਛਦੇ ਨੇ ਵੀ ਕਿਤੇ ਕੋਈ ਕਹਿ ਦੇ ਵੀ ਹਾਂ ਇਹ ਐਂ ਹੋ ਜਾਊਗਾ। ਪਰ ਦੇਖੋ ਜੀ, ਜਿਹੜੀ ਚੀਜ਼ ਜਿਵੇਂ ਹੋਣੀ ਹੈ ਉਹੀ ਉਵੇਂ ਹੀ ਹੋਣੀ ਹੈ। IRPA ਮੈਂ ਨਹੀਂ ਲਿਖਿਆ, IRPR ਮੈਂ ਨਹੀਂ ਲਿਖਿਆ, ਮੈਂ ਸਿਰਫ ਉਹਨੂੰ ਇੰਟਰਪ੍ਰੈਟ ਕਰਦਾ ਵੀ ਉਹ ਲਾ ਕੀ ਕਹਿੰਦਾ, ਤੇ ਉਹਨੂੰ ਆਪਾਂ ਕਾਗਜ਼ ਦੇ ਉੱਪਰ ਕਿਵੇਂ ਆਫਿਸਰ ਨੂੰ ਉਹ ਚੀਜ਼ ਜਸਟੀਫਾਈ ਕਰਾ ਸਕਦੇ ਹਾਂ। ਆਪਣਾ ਇੰਨਾ ਹੀ ਕੰਮ ਆ। ਜਿੱਦਾਂ ਮੈਂ ਇਮੀਗ੍ਰੇਸ਼ਨ ਬਣ ਗਿਆ, ਮੈਂ ਤੁਹਾਨੂੰ ਉਹ ਚੀਜ਼ ਮੈਨੂੰ ਪੁੱਛੋਗੇ ਵੀ ਜਿਹੜਾ ਜਿਹਾ ਤੁਹਾਡਾ ਮਨ ਆ, ਮੈਂ ਉਹ ਵੀ ਕਹਿ ਦੂੰਗਾ ਵੀ ਹਾਂ ਨਹੀਂ ਆਪਾਂ ਐ ਕਰ ਲੈਂਦੇ ਹਾਂ, ਬਟ ਅਜੇ ਆਪਣੇ ਹੱਥ ਦੇ ਵਿੱਚ ਉਹ ਪਾਵਰ ਹੈਗੀ ਨਹੀਂ। ਬਾਈ ਜੀ ਹਾਸਾ ਆਉਂਦਾ ਕਈ ਗੱਲਾਂ ਨੂੰ ਲੈ ਕੇ। ਸੋ ਮੈਂ ਇਹੀ ਕਹਿ ਸਕਦਾ ਕਿ ਐਮਬੈਸੀ ਦੇ ਵਿੱਚ ਜੋ ਹੋ ਰਿਹਾ ਉਹ ਕਿਸੇ ਨੂੰ ਨਹੀਂ ਪਤਾ। ਬਿਲਕੁਲ ਠੀਕ ਹੈ, ਉਹਨਾਂ ਨੂੰ ਵੀ ਨਹੀਂ ਪਤਾ ਜਿਹੜੇ ਕੰਮ ਕਰੀ ਜਾਂਦੇ ਵੀ ਅਸੀਂ ਕੱਲ ਨੂੰ ਕੀ ਕਰਨਾ ਜਾ ਕੇ। ਠੀਕ ਹੈ, ਤੇ ਬਾਕੀ ਬਾਈ ਜੀ ਸਪਾਊਸ ਵਾਲਿਆਂ ਦੇ ਚਲੋ 2020 ਵਾਲਿਆਂ ਦੇ ਰਿਜ਼ਲਟ ਆਉਣ ਲੱਗ ਗਏ, ਫਰਵਰੀ 2021 ਵਾਲਿਆਂ ਦੇ ਵੀ ਰਿਜ਼ਲਟ ਉਹਨਾਂ ਨੇ ਦੇਣੇ ਸ਼ੁਰੂ ਕਰਤੇ, 2022 ਵਾਲਿਆਂ ਦੇ ਵੀ। ਬਟ ਪ੍ਰੋਸੈਸਿੰਗ ਟਾਈਮ ਆ ਨਾ ਜਿਹੜਾ, ਉਹ ਕਿਤੇ ਨਾ ਕਿਤੇ ਇੱਕ ਹੈਡਕ ਬਣਿਆ ਹੋਇਆ ਸਭ ਤੋਂ ਵੱਡੀ। ਨਹੀਂ, ਪ੍ਰੋਸੈਸਿੰਗ ਟਾਈਮ ਜੀ ਆਪਾਂ ਪਹਿਲਾਂ ਵੀ ਇਹ ਤੇ 2-3 ਵਾਰੀ ਗੱਲ ਕਰ ਚੁੱਕੇ ਹਾਂ। ਪ੍ਰੋਸੈਸਿੰਗ ਟਾਈਮ ਦੀ ਆਪਣੀ ਪ੍ਰੈਡਿਕਸ਼ਨ ਬਹੁਤ ਸਿੱਧੀ ਆ ਵੀ ਇਹਨਾਂ ਦਾ ਓਵਰਆਲ ਟਾਰਗੇਟ ਜੋ ਆਨਰੇਬਲ ਸ਼ੌਨ ਫਰੇਜ਼ਰ ਨੇ 2-3 ਵਾਰੀ ਕਿਹਾ, ਉਹ ਇਹ ਹੈ ਵੀ ਬਾਏ ਦਾ ਐਂਡ ਆਫ 2022 ਇਹ ਨਾਰਮਲਾਈਜ਼ ਕਰਨਾ ਚਾਹੁੰਦੇ ਨੇ ਹਰ ਫਾਈਲ ਦਾ ਟਾਈਮ। ਓਕੇ ਜੀ, ਉਹਦਾ ਮਤਲਬ ਇਹ ਆ ਵੀ ਇਹਨਾਂ ਦਾ ਟਾਰਗੇਟ ਆ ਵੀ ਇਸ ਸਾਲ ਦੇ ਐਂਡ ਤੱਕ ਜਾਂਦੇ ਇਸ ਸਾਲ ਦੇ ਅਸੀਂ ਹਰ ਫਾਈਲ ਨੂੰ ਉਸ
ਟਾਈਮਲਾਈਨ ਤੇ ਲਏ ਜੋ ਪ੍ਰੀ ਕੋਵਿਡ ਸੀ। ਹੁਣ ਉਹਦਾ ਮਤਲਬ ਇਹ ਆ ਵੀ ਇਹਨਾਂ ਨੇ ਇੱਕ ਪਾਸਿਓਂ ਵਾਢਾ ਰੱਖਿਆ ਹੋਇਆ, ਫਾਈਲਾਂ ਕੁਝ ਚੱਲ ਵੀ ਰਹੀਆਂ ਨੇ, ਕਈਆਂ ਦੇ ਟਾਈਮਲਾਈਨ ਸਹੀ ਵੀ ਹੋਈ ਆ, ਬਟ SOWP ਵਾਲੇ ਉਸ ਪ੍ਰਾਇਰਟੀ ਲਿਸਟ ਦੇ ਵਿੱਚ ਸਭ ਤੋਂ ਥੱਲੇ ਆਉਂਦੇ ਨੇ। ਸੋ ਆਪਣੇ ਤੱਕ ਉਹ ਚੀਜ਼ ਉਦੋਂ ਪਹੁੰਚਣੀ ਹੈ ਜਦੋਂ ਬਾਕੀਆਂ ਦੇ ਵਿੱਚ ਆਪਾਂ ਨੂੰ ਰਿਜ਼ਲਟ ਦਿਖਣ ਲੱਗ ਗਏ। ਸੋ ਇਹਦੇ ਚ ਮੰਨ ਕੇ ਚੱਲੋ ਵੀ 4 ਮਹੀਨੇ ਵੀ ਲੱਗ ਸਕਦੇ ਆ, 5 ਵੀ ਲੱਗ ਸਕਦੇ ਆ, 6 ਵੀ ਲੱਗ ਸਕਦੇ ਆ, ਰਿਜ਼ਲਟ ਆਉਣਗੇ, ਆਉਂਦੇ ਰਹਿਣਗੇ। ਟਾਈਮਲਾਈਨ ਠੀਕ ਹੋਣ ਨੂੰ ਇੰਨਾ ਟਾਈਮ ਲੱਗਣਾ ਹੀ ਆ। ਠੀਕ ਹੈ ਜੀ, ਠੀਕ ਹੈ ਜੀ ਬਾਈ ਜੀ। ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਮੇਰੇ ਹਿਸਾਬ ਨਾਲ ਵੀ ਪੂਰਾ ਜਿਹੜਾ ਇਮੀਗ੍ਰੇਸ਼ਨ ਪਲਾਨ ਸੀ ਉਹ ਡਿਸਕਸ ਕਰ ਲਿਆ। ਠੀਕ ਹੈ, ਤੇ ਬਾਕੀ ਤਾਂ ਹੁਣ ਇੱਕ ਗੱਲ ਹੋਰ ਕਹਿ ਸਕਦੇ ਜੇ ਬਾਈ ਜੀ ਹੁਣਾਂ ਤੋਂ ਸਲਾਹ ਲੈਣੀ ਹੈ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਤੇ OINP ਦਾ ਵੀ ਇੱਕ ਫਾਰਮ ਅਸੀਂ ਅੱਜ ਦੇ ਰਹੇ ਹਾਂ। ਠੀਕ ਹੈ, ਉਹਨੂੰ ਵੀ ਤੁਸੀਂ ਫਿਲ ਕਰਕੇ ਸਾਡੇ ਤੱਕ ਭੇਜ ਸਕਦੇ ਹੋ ਕਿ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਜਾਂ ਨਹੀਂ ਬਣਦੀ। ਤੇ ਨਾਲ ਦੀ ਨਾਲ $100 ਬਾਈ ਜੀ ਦਾ ਜਾਣੀ ਕਿ ਕੰਸਲਟੇਸ਼ਨ ਦਾ ਚਾਰਜ ਆ। ਠੀਕ ਹੈ, ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ, ਤੇ ਜੋ ਆਥੋਰਾਈਜ਼ ਪਰਸਨ ਨੇ ਉਹਨਾਂ ਦਾ ਰਾਈਟਸ ਨੇ। ਠੀਕ ਹੈ, ਉਹਨਾਂ ਨੇ ਸਲਾਹ ਲੈਣੇ ਹੀ ਲੈਣੇ ਆ। ਸੋ ਪਤਾ ਲੱਗ ਜੂਗਾ ਵੀ ਬਾਈ ਜੀ ਹੁਣੀ ਕਿੰਨੇ ਕੁ, ਅਸੀਂ ਕਿੰਨੇ ਕੁ ਪਾਣੀ 'ਚ, ਤੇ ਤੁਸੀਂ ਕਿੰਨੇ ਕੁ ਪਾਣੀ 'ਚੋਂ। ਜੇ ਤੁਹਾਨੂੰ ਲੱਗੂਗਾ ਤੁਹਾਡਾ 100 ਨਾਲ ਸਰ ਗਿਆ ਤੇ ਵਧੀਆ ਗੱਲ ਆ। ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਆ ਤਾਂ ਫਿਰ ਤੁਸੀਂ ਆਪ ਦਾ ਹਿਸਾਬ ਕਿਤਾਬ ਕਰ ਲਿਓ। ਸਹੀ ਆ ਬਾਈ ਜੀ? ਜੀ ਬਿਲਕੁਲ ਜੀ, ਬਿਲਕੁਲ। ਤੇ ਉਹੀ ਆ ਵੀ ਦੇਖੋ, ਜਿਹੜਾ 100 ਆ ਉਹ ਆਪਾਂ ਕਹਿੰਦੇ ਵੀ ਹੁੰਦੇ ਆ ਵੀ ਬਾਅਦ ਦੇ ਵਿੱਚ ਆਪਾਂ ਐਡਜਸਟ ਕਰ ਹੀ ਦੇਣਾ। ਜੇ ਤੁਸੀਂ ਰਿਟੇਨ ਕਰਦੇ ਹੋ ਸਾਨੂੰ, ਅਸੀਂ ਰੱਖਣਾ ਨਹੀਂ ਹੈਗਾ। ਉਹ 100 ਇੱਕ ਫਿਲਟਰ ਲਾਇਆ, ਇੱਕ ਛਾਨਣੀ ਲਾਈ ਆ ਵਿੰਡੋ ਸ਼ਾਪਰਸ ਵਾਸਤੇ, ਵੀ ਜਿਹੜਾ ਸੀਰੀਅਸ ਆ ਭਾਈ ਉਹੀ ਆਵੇ, ਜਿਹਨੇ ਸਵਾਲ ਪੁੱਛ ਕੇ, ਤੇ ਜੇ ਉਹਨੂੰ ਆਨਸਰ ਉਹ ਚਾਹੀਦੇ ਨੇ ਜੋ ਉਹ ਮਨ 'ਚ ਪਹਿਲਾਂ ਹੀ ਸੋਚੀ ਬੈਠਾ ਵੀ ਕੋਈ ਕਹਿ ਦੇ ਵੀ ਤੇਰਾ ਆਈ ਹੋ ਜਾਊਗਾ, ਵੀ ਫਿਰ ਉਹ ਭਾਵੇਂ 100 ਨਾ ਵੀ ਲਾਵੇ, ਅਸੀਂ ਕਹਿਣਾ ਉਹ ਆ ਜੋ ਸਾਨੂੰ ਪੇਪਰ ਤੇ ਦਿਖੂਗਾ। ਅਸੀਂ ਉਹ ਨਹੀਂ ਕਹਿਣਾ ਵੀ ਹਾਂ ਸਾਡੇ ਕੋਲ ਫਾਈਲ ਆਊਗੀ। ਠੀਕ ਹੈ ਬਾਈ ਜੀ, ਠੀਕ ਹੈ। ਤੇ ਹੁਣ ਬਾਈ ਜੀ ਆਪਾਂ ਵੀ ਇਜਾਜ਼ਤ ਲਈਏ, ਤੇ ਧੰਨਵਾਦ ਤੁਸੀਂ ਆਏ ਆ ਚਰਚਾ ਕਰਨ ਦੇ ਲਈ ਇਸ ਇਮੀਗ੍ਰੇਸ਼ਨ ਪਲਾਨ ਤੇ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਤੇ ਬਾਕੀ ਹੁਣ ਚੱਲੀਏ ਆਪਾਂ ਵੀ ਟਾਈਮ ਨਾਲ। ਤੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਸਾਰਿਆਂ ਨੂੰ, ਤਾਂ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਠੀਕ ਹੈ ਬਾਈ ਜੀ? ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।